Good morning everyone. This is Sandeep Kaur, your social science teacher, and our last topic of this chapter and syllabus also the judiciary. ठीक है, ਅੱਜ ਆਪਾਂ ਜੁਡੀਸ਼ੀਅਰੀ ਬਾਰੇ ਪੜਾਂਗੇ। ਆਪਣੀ ਜਿਹੜੀ ਨਿਆਂਪਾਲਿਕਾ ਹੈ ਉਹਦੇ ਬਾਰੇ ਪੜਾਂਗੇ ਔਰ ਇਹ ਬੇਟਾ ਇਹ ਆਪਣੇ ਸਿਲੇਬਸ ਦਾ ਲਾਸਟ ਟੌਪਿਕ ਹੈ ਔਰ ਇਹਦੇ ਨਾਲ ਹੀ ਆਪਣਾ ਚੈਪਟਰ ਜਿਹੜਾ ਹੈ ਔਰ ਸਿਲੇਬਸ ਖਤਮ ਹੈ। ਕਹਿੰਦੇ ਕਿ ਆਪਾਂ ਜਿਹੜਾ ਪਹਿਲੀ ਵੀਡੀਓ ਵਿੱਚ ਜਾਂ ਫਸਟ ਪੇਜ ਦੇ ਵਿੱਚ ਜਿਹੜਾ ਆਪਾਂ ਫਾਈਨਲੀ ਦੇਖਦੇ ਹਾਂ ਕਿ OBCs ਰਿਜ਼ਰਵੇਸ਼ਨ ਦੇ ਨਾਲ ਰਿਲੇਟਡ ਜਿਹੜਾ ਇੱਕ ਆਫਿਸ ਮੈਮੋਰੈਂਡਮ ਆਉਂਦਾ ਹੈ ਔਰ ਉੱਤੇ ਇੰਪਲੀਮੈਂਟ ਹੋਣ ਤੋਂ ਬਾਅਦ ਉਹਨੂੰ ਜਿਹੜਾ ਚੈਲੰਜ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਵਿੱਚ ਔਰ ਫਾਈਨਲੀ ਜਦੋਂ ਸੁਪਰੀਮ ਕੋਰਟ ਉਹਦੇ ਤੇ ਡਿਸੀਜਨ ਦਿੰਦਾ ਹੈ ਦੈਨ ਲੋਕ ਸੈਟੀਸਫਾਈਡ ਹੋ ਜਾਂਦੇ ਨੇ ਔਰ ਉਹਦੇ ਤੋਂ ਬਾਅਦ ਉਹ ਜਿਹੜਾ ਮੈਟਰ ਸੀਗਾ ਉਹ ਖਤਮ ਹੋਇਆ ਜਦੋਂ ਕਿ ਸੁਪਰੀਮ ਕੋਰਟ ਨੇ ਵਰਡਿਕਟ ਦਿੱਤਾ, ਆਪਣਾ ਡਿਸੀਜਨ ਦਿੱਤਾ ਔਰ ਜਿਹੜਾ ਕਿ ਸਭ ਨੂੰ ਮੰਨਣਾ ਹੀ ਪੈਂਦਾ ਹੈ ਔਰ ਸਭ ਦੁਆਰਾ ਮੰਨ ਲਿਆ ਗਿਆ। ਬਟ ਕਹਿੰਦੇ ਕਿ ਇਮੈਜਿਨ ਕਰੋ ਅਗਰ ਕੁਝ ਸਿਚੁਏਸ਼ਨਸ ਉਹਨਾਂ ਦਿੱਤੀਆਂ ਹੋਈਆਂ ਕਿ ਅਗਰ ਇਵੇਂ ਹੋਵੇਗਾ ਤਾਂ ਕੀ ਹੁੰਦਾ। ਫਸਟ ਆਫ ਆਲ ਕੀ ਕਿਹਾ ਉਹਨਾਂ ਨੇ, ਇਫ ਦੇਰ ਵਾਜ਼ ਨਥਿੰਗ ਲਾਈਕ ਸੁਪਰੀਮ ਕੋਰਟ ਇਨ ਦਾ ਕੰਟਰੀ, ਕਹਿੰਦੇ ਅਗਰ ਦੇਸ਼ 'ਚ ਸੁਪਰੀਮ ਕੋਰਟ ਹੀ ਨਾ ਆਏ ਤਾਂ ਦੈਨ ਕੀ ਹੁੰਦਾ। ਠੀਕ ਹੈ, ਲੋਕ ਕਿਵੇਂ ਸੈਟਿਸਫਾਈਡ ਹੁੰਦੇ, ਕਿਹਦੇ ਡਿਸੀਜਨ ਨੂੰ ਮੰਨਦੇ। ਸੈਕਿੰਡ ਹੈ, ਈਵਨ ਇਫ ਦੇਅਰ ਵਾਜ਼ ਅ ਸੁਪਰੀਮ ਕੋਰਟ ਇਫ ਇਟ ਹੈਡ ਨੋ ਪਾਵਰ ਟੂ ਜੱਜ ਐਕਸ਼ਨਸ ਆਫ ਦਾ ਗਵਰਨਮੈਂਟ। ਕਹਿੰਦੇ ਹੋਰ ਅਗਰ ਸੁਪਰੀਮ ਕੋਰਟ ਦੇਸ਼ ਦੇ ਵਿੱਚ ਹੁੰਦਾ ਵੀ ਬਟ ਅਗਰ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਉਹਦੇ ਕੋਲ ਇਹ ਰਾਈਟ ਹੀ ਨਾ ਹੁੰਦਾ ਕਿ ਉਹ ਜਿਹੜਾ ਹੈਗਾ ਹੈ ਗਵਰਨਮੈਂਟ ਦੇ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਵੈਰੀਫਾਈ ਕਰ ਸਕੇ, ਦੈਨ ਫਿਰ ਵੀ ਉਹ ਨਹੀਂ ਕਰ ਸਕਦੇ। ਠੀਕ ਹੈ, ਫਿਰ ਲੋਕੀ ਕਿਹੜੇ ਡਿਸੀਜਨ ਨੂੰ ਮੰਨਦੇ। ਨੈਕਸਟ ਸਿਚੁਏਸ਼ਨ ਹੈ, ਈਵਨ ਇਫ ਇਟ ਹੈਡ ਦਾ ਪਾਵਰ ਇਫ ਨੋ ਵਨ ਟਰਸਟਡ ਦਾ ਸੁਪਰੀਮ ਕੋਰਟ ਟੂ ਗਿਵ ਅ ਫੇਅਰ ਵਰਡਿਕਟ। ਕਹਿੰਦੇ ਜੇ ਸੁਪਰੀਮ ਕੋਰਟ ਕੋਲ ਇਹ ਵਾਲਾ ਫੈਸਲਾ ਪਾਵਰ ਹੁੰਦੀ ਵੀ ਕਿ ਉਹ ਸਰਕਾਰ ਦੇ ਫੈਸਲੇ ਨੂੰ ਜਿਹੜਾ ਹੈ ਵੈਰੀਫਾਈ ਕਰ ਸਕਦੀ ਹੈ ਬਟ ਫਿਰ ਵੀ ਅਗਰ ਲੋਕਾਂ ਨੂੰ ਉੱਤੇ ਟਰਸਟ ਹੀ ਨਾ ਹੁੰਦਾ ਕਿ ਸੁਪਰੀਮ ਕੋਰਟ ਸਹੀ ਫੈਸਲਾ ਦੇਵੇਗਾ ਫਿਰ। ਠੀਕ ਹੈ, ਸੈਕਿੰਡ ਲਾਸਟ ਸਿਚੁਏਸ਼ਨ ਉਹਨਾਂ ਦਿੱਤੀ ਕਿ ਈਵਨ ਇਫ ਇਟ ਗੇਵ ਅ ਫੇਅਰ ਜਜਮੈਂਟ ਇਫ ਦੋਜ਼ who appealed against the government order did not accept the judgment। ਕਹਿੰਦੇ ਅਗਰ ਜਿਹੜੀ ਸੁਪਰੀਮ ਕੋਰਟ ਨੂੰ ਅਗਰ ਉਹ ਸਹੀ ਫੈਸਲਾ ਵੀ ਦਿੰਦਾ ਬਟ ਜਿਨ੍ਹਾਂ ਨੇ ਅਪੀਲ ਕੀਤੀ ਸੀ ਸਰਕਾਰ ਦੇ ਫੈਸਲੇ ਦੇ ਵਿਰੁੱਧ ਅਗਰ ਉਹ ਇਸ ਜਜਮੈਂਟ ਨੂੰ ਮੰਨਦੇ ਹੀ ਨਾ ਤਾਂ ਫਿਰ ਕੀ ਹੁੰਦਾ। ਸੋ ਇਹ ਕੁਛ ਹੈਗੀਆਂ ਨੇ ਜਿਹੜੀਆਂ ਸਿਚੁਏਸ਼ਨਸ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਅਗਰ ਆਪਣੀ ਜਿਹੜੀ ਜੁਡੀਸ਼ੀਅਰੀ ਹੈ ਉਹ ਇੰਡੀਪੈਂਡੈਂਟ ਨਾ ਹੁੰਦੀ ਤਾਂ ਇਹ ਸਾਰੀਆਂ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਬਣ ਸਕਦੀਆਂ ਹੈਗੀਆਂ। ਬਟ ਆਪਣੇ ਇੰਡੀਆ ਵਿੱਚ ਬੱਚੇ ਕੀ ਹੈ ਕਿ ਜੁਡੀਸ਼ੀਅਰੀ ਬਿਲਕੁਲ ਇੰਡੀਪੈਂਡੈਂਟ ਹੈ। ਕੀ ਮਤਲਬ ਹੈ ਇਹਦਾ? ਇੰਡੀਪੈਂਡੈਂਟ ਮਤਲਬ ਕਿ ਨਾ ਤਾਂ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਆਰਡਰ ਕਰ ਸਕਦੇ ਆ ਕਿ ਤੁਸੀਂ ਐਵੇਂ ਦਾ ਡਿਸੀਜਨ ਦੇਣਾ ਹੈ, ਨਾ ਹੀ ਪ੍ਰੈਜ਼ੀਡੈਂਟ ਆਰਡਰ ਕਰ ਸਕਦੇ, ਕੋਈ ਵੀ ਪਰਸਨ ਉਹਨਾਂ ਨੂੰ ਆਰਡਰ ਨਹੀਂ ਕਰ ਸਕਦਾ ਜੁਡੀਸ਼ੀਅਰੀ ਨੂੰ ਕਿ ਤੁਸੀਂ ਕੀ ਦੇਣਾ ਹੈ। ਔਰ ਆਲਮੋਸਟ ਬੇਟਾ ਮੰਨਿਆ ਜਾਂਦਾ ਹੈ ਕਿ ਸੁਪਰੀਮ ਕੋਰਟ ਜੋ ਵੀ ਡਿਸੀਜਨਸ ਦਿੰਦਾ ਹੈ ਉਹ ਮੈਜੋਰਟੀ ਦੇ ਫੇਵਰ ਵਿੱਚ ਦਿੰਦਾ ਹੈ। ਜ਼ਿਆਦਾਤਰ ਜਿਹੜੇ ਡਿਸੀਜਨਸ ਹੁੰਦੇ ਨੇ ਉਹ ਇੰਪਾਰਸ਼ੀਅਲ ਹੋ ਕੇ ਦਿੱਤੇ ਜਾਂਦੇ ਨੇ, ਉਹ ਸੋਸਾਇਟੀ ਦੇ ਅਕੋਰਡਿੰਗ ਦਿੱਤੇ ਜਾਂਦੇ ਨੇ। ਠੀਕ ਹੈ, ਸੋ ਸਾਰੀ ਕੰਟਰੀ ਦੇ ਵਿੱਚ ਕਹਿੰਦੇ ਕਿ ਜਿਹੜੀਆਂ ਕੋਰਟਸ ਨੇ ਡਿਫਰੈਂਟ ਲੈਵਲ 'ਤੇ ਉਹਨਾਂ ਸਭ ਨੂੰ ਕਲੈਕਟਿਵਲੀ ਆਪਾਂ ਕੀ ਕਹਿੰਦੇ ਆ ਜੁਡੀਸ਼ੀਅਰੀ। ਠੀਕ ਹੈ, ਇੰਡੀਅਨ ਜੁਡੀਸ਼ੀਅਰੀ ਦੇ ਵਿੱਚ ਅਗਰ ਆਪਾਂ ਦੇਖੀਏ ਸਭ ਤੋਂ ਅਪੈਕਸ ਤੇ ਜਿਹੜੀ ਕੋਰਟ ਹੈ ਸਭ ਤੋਂ ਉੱਪਰ ਵਾਲੀ ਕੋਰਟ ਹੈ ਦੈਟ ਇਜ਼ ਸੁਪਰੀਮ ਕੋਰਟ ਫॉर ਦ ਐਂਟਾਇਰ ਨੇਸ਼ਨ, ਸਾਰੇ ਦੇਸ਼ ਦੇ ਲਈ ਹੈ। ਨੈਕਸਟ ਇਜ਼ ਦਾ ਹਾਈ ਕੋਰਟਸ, ਸਾਰੇ ਦੇਸ਼ ਦੇ ਵਿੱਚ ਕੀ ਨੇ ਸਟੇਟਸ ਦੇ ਵਿੱਚ ਹਾਈ ਕੋਰਟਸ ਨੇ, ਹਾਈ ਕੋਰਟਸ ਸਟੇਟ ਦੇ ਵਿੱਚ ਨੇ। ਔਰ ਨੈਕਸਟ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ ਹਰ ਇੱਕ ਤੇ ਡਿਸਟ੍ਰਿਕਟ ਕੋਰਟਸ ਬਣੇ ਹੋਏ ਨੇ ਔਰ ਡਿਸਟ੍ਰਿਕਟ ਤੋਂ ਬਾਅਦ ਵਿੱਚ ਬੱਚੇ ਜਿੱਦਾਂ ਤਹਿਸੀਲ ਲੈਵਲ ਹੈ ਆਪਣਾ ਉਹਨਾਂ ਦੇ ਉੱਤੇ ਵੀ ਉਹਨਾਂ ਲੋਕਲ ਲੈਵਲਸ 'ਤੇ ਵੀ ਜਿਹੜੇ ਕੋਰਟਸ ਨੇ ਉਹ ਬਣੇ ਹੋਏ ਨੇ। ਇਹਨਾਂ ਸਭ ਨੂੰ ਕਲੈਕਟਿਵਲੀ ਆਪਾਂ ਕੀ ਕਹਿੰਦੇ ਹਾਂ ਜੁਡੀਸ਼ੀਅਰੀ। ਠੀਕ ਹੈ, ਨੈਕਸਟ ਕਹਿੰਦੇ ਕਿ ਇਟ ਮੀਨਸ ਦਾ ਸੁਪਰੀਮ ਕੋਰਟ ਕੰਟਰੋਲਸ ਦਾ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਇਨ ਦਾ ਕੰਟਰੀ। ਠੀਕ ਹੈ, ਕੋਈ ਪ੍ਰਾਈਮ ਮਿਨਿਸਟਰ ਜਿਹੜੇ ਆਪਣੀ ਜੁਡੀਸ਼ੀਅਰੀ ਨੂੰ ਨਹੀਂ ਚਲਾ ਰਿਹਾ, ਕੋਈ ਪ੍ਰੈਜ਼ੀਡੈਂਟ ਨਹੀਂ ਚਲਾ ਰਿਹਾ, ਕੌਣ ਚਲਾ ਰਿਹਾ? ਸੁਪਰੀਮ ਕੋਰਟ ਚਲਾ ਰਿਹਾ। ਠੀਕ ਹੈ, ਔਰ ਇਹਦੇ ਜਿਹੜੇ ਡਿਸੀਜਨਸ ਹੁੰਦੇ ਨੇ ਸਾਰੀਆਂ ਨੀਚੇ ਵਾਲੀਆਂ ਕੋਰਟਸ ਦੇ ਲਈ ਮੰਨਣਾ ਜਿਹੜਾ ਹੈ ਜ਼ਰੂਰੀ ਹੁੰਦਾ ਹੈ। ਕਹਿੰਦੇ ਕਿਹੜੇ ਮੈਟਰਸ ਜਿਹੜੇ ਨੇ ਉਹ ਸੁਪਰੀਮ ਕੋਰਟ 'ਚ ਜਾ ਸਕਦੇ ਨੇ ਬਿਟਵੀਨ ਸਿਟੀਜ਼ਨ ਆਫ ਕੰਟਰੀਜ਼। ਕੋਈ ਵੀ ਦੋ ਲੋਕ ਨੇ ਉਹਨਾਂ ਵਿੱਚ ਅਗਰ ਕੋਈ ਡਿਸਪਿਊਟ ਹੈ, ਕੋਈ ਝਗੜਾ ਹੈ ਦੈਨ ਉਹ ਕੋਰਟ ਜਾ ਸਕਦੇ ਨੇ। ਬਿਟਵੀਨ ਸਿਟੀਜ਼ਨਸ ਐਂਡ ਗਵਰਨਮੈਂਟ, ਅਗਰ ਸਰਕਾਰ ਔਰ ਕਿਸੇ ਨਾਗਰਿਕ ਦੇ ਵਿਚਕਾਰ ਕੋਈ ਡਿਸਪਿਊਟ ਹੈ ਦੈਨ ਉਹ ਵੀ ਅਦਾਲਤ ਜਾ ਸਕਦੇ ਨੇ। ਠੀਕ ਹੈ, ਥਰਡ ਵਨ ਇਜ਼ ਦਾ ਬਿਟਵੀਨ 2 ਔਰ ਮੋਰ ਸਟੇਟ ਗਵਰਨਮੈਂਟਸ, ਅਗਰ ਦੋ ਤੋਂ ਵੱਧ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਵਿੱਚ ਆਪਸੀ ਕੋਈ ਝਗੜਾ ਹੈ, ਕੋਈ ਡਿਸਪਿਊਟ ਹੈ ਦੈਨ ਦੇ ਆਲਸੋ ਕੈਨ ਮੂਵ ਟੂ ਕੋਰਟ। ਜਿਵੇਂ ਪੰਜਾਬ ਐਂਡ ਹਰਿਆਣਾ ਦਾ ਵਾ ਸਤਲੁਜ ਜਮੁਨਾ ਲਿੰਕ ਨਹਿਰ ਦੇ ਉੱਤੇ ਸਤਲੁਜ ਦਾ ਪਾਣੀ ਕਿੰਦੇ ਕਹੀਂ ਲੈ ਕੇ ਜਾਣਾ ਹੈ, ਉਹ ਸਾਰੇ ਬੇਟਾ ਮੈਟਰਸ ਕੌਣ ਦੇਖਦਾ ਹੈ? ਸੁਪਰੀਮ ਕੋਰਟ ਦੇਖਦਾ ਹੈ ਅਗਰ ਦੋ ਸਟੇਟਸ ਜਾਂ ਦੋ ਤੋਂ ਵੱਧ ਸਟੇਟਸ ਵਿੱਚ ਆਪਸੀ ਕੋਈ ਝਗੜਾ ਹੋਏ ਤੇ। ਠੀਕ ਹੈ, ਨੈਕਸਟ ਹੈ ਬਿਟਵੀਨ ਗਵਰਨਮੈਂਟਸ ਐਟ ਦਾ ਯੂਨੀਅਨ ਐਂਡ ਦਾ ਸਟੇਟ ਲੈਵਲ, ਅਗਰ ਕੇਂਦਰ ਸਰਕਾਰ ਹੋ ਕਿਸੇ ਰਾਜ ਸਰਕਾਰ ਦੇ ਵਿੱਚ ਕੋਈ ਡਿਸਪਿਊਟ ਹੋ ਜਾਏ ਦੈਨ ਉਹਨੂੰ ਵੀ ਕੌਣ ਸੋਲਵ ਕਰਦਾ ਹੈ?
ਸੁਪਰੀਮ ਕੋਰਟ। ਸੋ ਕਹਿੰਦੇ ਹਾਈਐਸਟ ਕੋਰਟ ਹੈ, ਅਪੀਲ ਦੇ ਲਈ ਵੀ ਹਾਈਐਸਟ ਕੋਰਟ ਹੈ ਇਨ ਦਾ ਸਿਵਲ ਐਂਡ ਕ੍ਰਿਮੀਨਲ ਕੇਸਿਸ। ਅਗਰ ਕਿਸੇ ਪਰਸਨ ਦੀ ਕੋਈ ਪ੍ਰੋਬਲਮ ਹੈ ਔਰ ਉਹ ਹਾਈ ਕੋਰਟ ਤੋਂ ਉਹਦੇ ਅਗੇਂਸਟ ਕੋਈ ਡਿਸੀਜ਼ਨ ਆਉਂਦਾ, ਦੈਨ ਹੀ ਔਰ ਸ਼ੀ ਕੈਨ ਮੂਵ ਟੂ ਸੁਪਰੀਮ ਕੋਰਟ ਇਨ ਸਿਵਲ ਐਂਡ ਕ੍ਰਿਮੀਨਲ ਬੋਥ ਟਾਈਪ ਆਫ ਕੇਸਿਸ, ਠੀਕ ਹੈ। ਔਰ ਇਹ ਜਿਹੜਾ ਹਾਈ ਕੋਰਟ ਹੈ ਔਰ ਜਾਂ ਸੁਪਰੀਮ ਕੋਰਟ ਹੈ ਉਹ ਇਹਨਾਂ ਮੈਟਰਸ ਨੂੰ ਸੁਣਦਾ ਹੈ। ਇੰਡੀਪੈਂਡੈਂਟ ਜੁਡੀਸ਼ੀਅਰੀ ਮਤਲਬ ਬੱਚੇ ਕਹਿੰਦੇ ਕਿ ਕੀ ਹੈ ਕਿ ਕੋਈ ਵੀ ਲੈਜਿਸਲੇਚਰ ਦਾ ਜਾਂ ਐਗਜ਼ੀਕਿਊਟਿਵ ਦਾ ਜਿਹੜਾ ਹੈ ਕਿਸੇ ਤਰੀਕੇ ਦਾ ਕੰਟਰੋਲ ਜੁਡੀਸ਼ੀਅਰੀ ਦੇ ਉੱਪਰ ਨਹੀਂ ਹੈਗਾ। ਕੋਈ ਜੱਜਸ ਜਿਹੜੇ ਨੇ ਉਹਨਾਂ ਨੂੰ ਗਵਰਨਮੈਂਟ ਡਾਇਰੈਕਸ਼ਨ ਨਹੀਂ ਦੇ ਸਕਦੀ ਕਿ ਕੋਈ ਕਿਹੜੇ ਤਰੀਕੇ ਨਾਲ ਕੰਮ ਕਰਨਾ ਹੈ। ਉਹ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਨੇ, ਭਾਵੇਂ ਕੋਈ ਵੀ ਪਾਰਟੀ ਜਿਹੜੀ ਆ ਉਹਦੀ ਗਵਰਨਮੈਂਟ ਹੋਵੇ। ਇਸ ਲਈ ਕਹਿੰਦੇ ਆ ਅੱਜ ਕੱਲ੍ਹ ਜਿਹੜੀਆਂ ਸਾਰੀ ਦੀ ਸਾਰੀਆਂ ਡੈਮੋਕ੍ਰੇਸੀਜ਼ ਨੇ ਉਹਨਾਂ ਦੇ ਵਿੱਚ ਜਿਹੜੀਆਂ ਲੈਜਿਸਲੇਚਰ ਜੁਡੀਸ਼ੀਅਰੀਜ਼ ਨੇ ਉਹਨਾਂ ਨੂੰ ਇੰਡੀਪੈਂਡੈਂਟ ਬਣਾਇਆ ਗਿਆ ਹੈ ਲੈਜਿਸਲੇਚਰ ਔਰ ਐਗਜ਼ੀਕਿਊਟਿਵ ਤੋਂ। ਇੰਡੀਆ ਦੇ ਵਿੱਚ ਕਹਿੰਦੇ ਇਹ ਸਾਰਾ ਸਿਸਟਮ ਆਪਣੇ ਪ੍ਰਵੇਲਡ ਹੈ। ਜਿਹੜੇ ਆਪਣੇ ਜੱਜਸ ਨੇ ਫਿਰ ਉਹਨਾਂ ਨੂੰ ਕੌਣ ਅਪਾਇੰਟ ਕਰਦਾ ਹੈ? ਜੱਜਸ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ ਜੱਜਸ ਜਿਹੜੇ ਨੇ ਬੱਚੇ ਉਹਨਾਂ ਨੂੰ ਪ੍ਰੈਜ਼ੀਡੈਂਟ ਅਪਾਇੰਟ ਕਰਦੇ ਆ, ਠੀਕ ਹੈ, ਔਨ ਦਾ ਐਡਵਾਈਸ ਆਫ ਪ੍ਰਾਈਮ ਮਿਨਿਸਟਰ ਐਂਡ ਦਾ ਚੀਫ ਜਸਟਿਸ। ਚੀਫ ਜਸਟਿਸ ਜਿਹੜੇ ਇੰਡੀਆ ਦੇ ਨੇ ਉਹ ਪ੍ਰੈਜ਼ੀਡੈਂਟ ਨੂੰ ਸਲਾਹ ਦਿੰਦੇ ਨੇ ਕਿ ਕਿਹੜੇ ਕਿਹੜੇ ਪਰਸਨਸ ਨੂੰ ਜਿਹੜਾ ਹੈ ਉਹ ਜੱਜਸ ਜਿਹੜਾ ਹੈ ਐਜ਼ ਅ ਜੱਜਸ ਅਪਾਇੰਟ ਕੀਤਾ ਜਾਣਾ ਚਾਹੀਦਾ ਹੈ, ਠੀਕ ਹੈ। ਮੋਸਟ ਆਫ ਦਾ ਟਾਈਮ ਜਿੰਦੇ ਜਿਹੜੇ ਸੀਨੀਅਰ ਜੱਜਸ ਨੇ ਉਹਨਾਂ ਨੂੰ ਕੌਣ ਅਪਾਇੰਟ ਕਰਵਾਉਂਦਾ ਹੈ? ਸੁਪਰੀਮ ਕੋਰਟ ਦਾ ਜਿਹੜਾ ਚੀਫ ਜੱਜ ਹੈ ਉਹਦੇ ਸਲਾਹ ਦੇ ਉੱਤੇ ਹੀ ਜਿਹੜੇ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਨੇ ਆਪਣੇ, ਉਹ ਜਿਹੜੇ ਹੈਗੇ ਨੇ ਉਹ ਜਿਹੜੇ ਸੀਨੀਅਰ ਜੱਜਸ ਨੇ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਉਹਨਾਂ ਨੂੰ ਅਪਾਇੰਟ ਕਰਦੇ ਨੇ। ਔਰ ਕਿਹਦੀ ਸਲਾਹ ਨਾਲ ਕਰਦੇ ਨੇ? ਚੀਫ ਜੱਜ ਦੀ, ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈ ਸੁਪਰੀਮ ਕੋਰਟ ਦੇ ਸਭ ਤੋਂ ਹੈੱਡ ਜੱਜ ਨੇ, ਉਹਨਾਂ ਦੀ ਸਲਾਹ ਦੇ ਨਾਲ। ਸੋ ਪੋਲੀਟੀਕਲ ਐਗਜ਼ੀਕਿਊਟਿਵ ਜਾਂ ਪੋਲੀਟੀਕਲ ਜਿਹੜੀਆਂ ਪਾਰਟੀਜ਼ ਨੇ ਉਹਨਾਂ ਦੀ ਇੰਟਰਫੇਰੈਂਸ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ, ਠੀਕ ਹੈ। ਨੈਕਸਟ ਹੈ ਬੱਚੇ ਕਹਿੰਦੇ ਅਗਰ ਇੱਕ ਵਾਰੀ ਕੋਈ ਪਰਸਨ ਜਿਹੜਾ ਹੈ ਚੀਫ ਜੱਜ ਜਾਂ ਦੂਜੇ ਜੱਜ ਦੀ ਪੋਸਟ ਦੇ ਉੱਪਰ ਜਿਹੜਾ ਹੈ ਅਪਾਇੰਟ ਕਰ ਦਿੱਤਾ ਜਾਂਦਾ ਹੈ, ਦੈਨ ਉਹਨੂੰ ਰਿਮੂਵ ਕਰਨਾ, ਉਹਨੂੰ ਉਸ ਪੋਸਟ ਤੋਂ ਹਟਾਉਣਾ ਆਲਮੋਸਟ ਜਿਹੜਾ ਹੈ ਨਾ ਦੇ ਬਰਾਬਰ ਹੈ। ਕੋਈ ਵੀ ਪਰਸਨ ਉਹਨੂੰ ਚਾਹ ਕੇ ਉੱਥੋਂ ਨਹੀਂ ਹਟਾ ਸਕਦਾ। ਉਹਨਾਂ ਨੂੰ ਹਟਾਉਣ ਦਾ, ਆਪਣੀ ਪੋਜੀਸ਼ਨ ਤੋਂ ਹਟਾਉਣ ਦਾ ਇੱਕ ਹੀ ਤਰੀਕਾ ਹੈ, ਦੈਟ ਇਜ਼ ਦਾ ਥਰੂ ਇੰਪੀਚਮੈਂਟ। ਇੰਪੀਚਮੈਂਟ ਕੀ ਹੁੰਦਾ ਬੱਚੇ? ਮਹਾਭਿਯੋਗ ਇਹਨੂੰ ਪੰਜਾਬੀ ਵਿੱਚ ਕਹਿ ਦਿੰਦੇ ਆ। ਇਹਦੇ ਅੰਡਰ ਜਿਹੜੇ ਨੇ ਉਹ ਸੁਪਰੀਮ ਕੋਰਟ, ਹਾਈ ਕੋਰਟ ਐਂਡ ਜਿਹੜੇ ਹੈਗੇ ਨੇ ਸਾਡੇ ਪ੍ਰੈਜ਼ੀਡੈਂਟ ਨੇ ਉਹ ਆਉਂਦੇ ਨੇ। ਇੰਪੀਚਮੈਂਟ ਦੇ ਵਿੱਚ ਬੱਚੇ ਕੀ ਹੁੰਦਾ ਹੈ ਕਿ ਅਗਰ ਪ੍ਰੈਜ਼ੀਡੈਂਟ ਜਾਂ ਸੁਪਰੀਮ ਕੋਰਟ ਦਾ ਕੋਈ ਜੱਜ ਹੈ ਜਾਂ ਹਾਈ ਕੋਰਟ ਦਾ ਕੋਈ ਜੱਜ ਹੈ, ਉਹਦੇ ਅਗੇਂਸਟ ਜਿਹੜਾ ਹੈ ਇੱਕ ਬਿੱਲ ਜਿਹੜਾ ਹੈ, ਇੱਕ ਰੈਸੋਲੂਸ਼ਨ ਜਿਹੜਾ ਹੈ ਉਹ ਲੋਕ ਸਭਾ ਜਾਂ ਰਾਜ ਸਭਾ ਵਿੱਚ ਲੈ ਕੇ ਆਇਆ ਜਾ ਸਕਦਾ ਹੈ। ਔਰ ਅਗਰ ਉਹ ਲੋਕ ਸਭਾ ਜਾਂ ਰਾਜ ਸਭਾ ਵਿੱਚ ਉਹ ਜਿਹੜਾ ਰੈਸੋਲੂਸ਼ਨ 2/3 ਮੈਜੋਰਟੀ ਨਾਲ ਪਾਸ ਹੋ ਜਾਂਦਾ, ਦੈਨ ਉਹਨੂੰ ਦੂਜੇ ਜਿਹੜਾ ਆਪਣਾ ਹਾਊਸ ਹੈ ਰਾਜ ਸਭਾ ਉਹਦੇ ਵਿੱਚੋਂ ਪਾਸ ਕਰਵਾਇਆ ਜਾਂਦਾ ਹੈ। ਅਗਰ ਉਹਦੇ ਵਿੱਚੋਂ ਵੀ ਪਾਸ ਹੋ ਜਾਂਦਾ ਦੈਨ ਬੱਚੇ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਹੜੇ ਸਾਰੇ ਦੇ ਸਾਰੇ ਲਗਾਏ ਗਏ ਦੋਸ਼ਾਂ ਦਾ ਜਿਹੜਾ ਵਾ ਉਹਨੂੰ ਵੈਰੀਫਾਈ ਕਰਦੀ ਹੈ। ਅਗਰ ਉਹ ਕਮੇਟੀ ਵੀ ਉਹਨਾਂ ਨੂੰ ਕਹਿ ਦਿੰਦੀ, ਰਿਕਮੈਂਡ ਕਰ ਦਿੰਦੀ ਹੈ ਕਿ ਹਾਂਜੀ ਜੀ ਜੋ ਵੀ ਕਰਪਸ਼ਨ ਹੋਇਆ ਹੈ, ਦੈਨ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜਿਹੜੇ ਨੇ ਉਹਨਾਂ ਕੋਲ ਮੈਟਰ ਭੇਜਿਆ ਜਾਂਦਾ ਹੈ ਔਰ ਫਿਰ ਇੱਕ ਜੱਜ ਨੂੰ ਜਿਹੜਾ ਹੈ ਉਹ ਜਿਹੜਾ ਹੈ ਆਪਣੇ ਅਹੁਦੇ ਤੋਂ ਰਿਮੂਵ ਕੀਤਾ ਜਾ ਸਕਦਾ। ਸੋ ਇੱਕ ਬੜਾ ਜਿਹੜਾ ਟਫ ਇੱਕ ਤਰੀਕਾ ਬਣਾਇਆ ਗਿਆ ਹੈ। ਸੋ ਆਲਮੋਸਟ ਅੱਜ ਤੱਕ ਕਿਸੇ ਵੀ ਜੱਜ ਨੂੰ ਇਵੇਂ ਜਿਹੜਾ ਹੈ ਆਪਣੀ ਪੋਜੀਸ਼ਨ ਤੋਂ ਰਿਮੂਵ ਨਹੀਂ ਕੀਤਾ ਗਿਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਬਿਲਕੁਲ ਇੰਡੀਪੈਂਡੈਂਟ ਜੁਡੀਸ਼ੀਅਰੀ ਆਪਣੇ ਇੰਡੀਆ ਦੇ ਵਿੱਚ ਬਣਾਈ ਗਈ ਹੈ। ਇੰਡੀਆ ਵਿੱਚ ਕਹਿੰਦੇ ਮੋਸਟ ਪਾਵਰਫੁਲ ਜਿਹੜੀਆਂ ਵਰਲਡ ਦੀਆਂ ਜੁਡੀਸ਼ੀਅਰੀਜ਼ ਨੇ ਉਹਨਾਂ ਵਿੱਚੋਂ ਇੰਡੀਆ ਵਿੱਚ ਇੱਕ ਹੈ। ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਸ ਜਿਹੜੇ ਨੇ ਉਹ ਕੰਸਟੀਟਿਊਸ਼ਨ ਨੂੰ ਇੰਟਰਪ੍ਰੈਟ ਕਰ ਸਕਦੇ ਨੇ, ਯਾਨੀ ਕਿ ਕੰਸਟੀਟਿਊਸ਼ਨ ਦੀ ਵਿਆਖਿਆ ਕਰ ਸਕਦੇ ਨੇ, ਉਹ ਦੱਸ ਸਕਦੇ ਨੇ ਕਿ ਇਸ ਕੰਸਟੀਟਿਊਸ਼ਨ ਦੇ ਵਿੱਚ ਕੀ ਲਿਖਿਆ ਹੈ। ਔਰ ਕਿਸੇ ਵੀ ਸਰਕਾਰ ਦੇ ਲਾਅ ਨੂੰ ਜਿਹੜਾ ਹੈ ਉਹ ਇਨਵੈਲਿਡ ਜਿਹੜਾ ਡਿਕਲੇਅਰ ਕਰ ਸਕਦੇ ਨੇ, ਚਾਹੇ ਉਹ ਯੂਨੀਅਨ ਸਰਕਾਰ ਦਾ ਹੋਵੇ ਚਾਹੇ ਉਹ ਸਟੇਟ ਗਵਰਨਮੈਂਟ ਦਾ ਹੋਵੇ, ਠੀਕ ਹੈ। ਸੋ ਇਹ ਵਾਲਾ ਹੈ ਜਿਹੜਾ ਹੈ ਅਗਰ ਉਹ ਕੋਈ ਵੀ ਡਿਸੀਜ਼ਨ, ਕੋਈ ਲਾਅ ਸਰਕਾਰ ਦਾ ਕੰਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਹੈ, ਦੈਨ ਉਹਨੂੰ ਇਨਵੈਲਿਡ ਜਿਹੜਾ ਹੈ ਉਹ ਸੈਂਟਰਲ ਜਿਹੜੀ ਆਪਣੀ ਸੁਪਰੀਮ ਕੋਰਟ ਹੈ ਉਹ ਉਹਨੂੰ ਜਿਹੜਾ ਹੈ ਇਨਵੈਲਿਡ ਡਿਕਲੇਅਰ ਕਰ ਸਕਦੀ ਹੈ ਔਰ ਉਸ ਤਰੀਕੇ ਨਾਲ ਉਹ ਲਾਅ ਉੱਥੇ ਹੀ ਖਤਮ ਹੋ ਜਾਏਗਾ। ਇਸ ਤਰੀਕੇ ਨਾਲ ਕਹਿੰਦੇ ਕਿ ਕੰਸਟੀਟਿਊਸ਼ਨਲ ਵੈਲਿਡਿਟੀ ਉਹ ਚੈੱਕ ਕਰਦੀ ਹੈ ਕਿ ਜੋ ਵੀ ਲਾਜ਼ ਬਣੇ ਨੇ, ਜੋ ਪਾਲਿਸੀਜ਼ ਬਣੀਆਂ ਨੇ ਦੇਸ਼ ਦੇ ਵਿੱਚ, ਉਹ ਪੂਰੀਆਂ ਕਿਹਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ? ਕੰਸਟੀਟਿਊਸ਼ਨ ਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ। ਅਗਰ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਵਾਲੀ ਪਾਵਰ ਜਿਹੜੀ ਬੱਚੇ ਨੂੰ ਕੀ ਕਹਿ ਦਿੰਦਾ ਹੈ? ਸੁਪਰੀਮ ਕੋਰਟ ਦੀ ਜੁਡੀਸ਼ੀਅਲ ਰਿਵਿਊ ਦੀ ਪਾਵਰ, ਠੀਕ ਹੈ।
ਸੁਪਰੀਮ ਕੋਰਟ ਕਹਿੰਦੇ ਕਿ ਜਿਹੜਾ ਹੈਗਾ ਹੈ ਉਹਨਾਂ ਦੇ ਆਰਡਰ ਦੇ ਅਕੋਰਡਿੰਗ ਕੋਈ ਵੀ ਕੰਸਟੀਟਿਊਸ਼ਨ ਦੇ ਜਿਹੜੇ ਬੇਸਿਕ ਔਰ ਕੋਰ ਜਿਹੜੇ ਪ੍ਰਿੰਸੀਪਲਸ ਨੇ ਕੰਸਟੀਟਿਊਸ਼ਨ ਦੇ ਉਹਨਾਂ ਨੂੰ ਪਾਰਲੀਮੈਂਟ ਚੇਂਜ ਨਹੀਂ ਕਰ ਸਕਦਾ। ਸੋ ਪਾਵਰਸ ਜਿਹੜੀਆਂ ਨੇ ਇੰਡੀਪੈਂਡੈਂਟ ਜੁਡੀਸ਼ੀਅਰੀ ਇੰਡੀਆ ਦੀ ਜਿਹੜੀ ਆ ਉਹ ਬਿਲਕੁਲ ਉਹਨੂੰ ਜਿਹੜਾ ਹੈ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਕੰਮ ਕਰਦੀ ਆ। ਠੀਕ ਹੈ, ਕਹਿੰਦੇ ਕਿ ਨੈਕਸਟ ਚੈਪਟਰ ਬੱਚੇ ਆਪਣੇ ਸਿਲੇਬਸ 'ਚ ਨਹੀਂ ਹੈ, ਨਹੀਂ ਤਾਂ ਆਪਾਂ ਪੜ੍ਹਦੇ ਕਿ ਕਿਵੇਂ ਅਗਰ ਰਾਈਟਸ ਦਾ ਕਿਤੇ ਵੀ ਵਾਇਲੈਂਸ ਹੋਣ ਡਿਆ ਹੈ ਦੈਨ ਉਹਦੇ ਅਗੇਂਸਟ ਆਪਾਂ ਜਿਹੜਾ ਹੈ ਉਹ ਸੁਪਰੀਮ ਕੋਰਟ ਹਾਈ ਕੋਰਟ ਜਿਹੜਾ ਹੈ ਉਹ ਜਾ ਸਕਦੇ ਆ ਔਰ ਨਾ ਹਿਊਮਨ ਰਾਈਟਸ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਜਿਹੜਾ ਹੈ ਆਰਡਰ ਕਰ ਸਕਦਾ ਹੈ। ਇਹਦੇ ਨਾਲ ਹੀ ਬੱਚੇ ਕਈ ਵਾਰ ਸਮਟਾਈਮਸ ਕੀ ਹੁੰਦਾ ਹੈ ਕਿ ਪਬਲਿਕ ਦੇ ਵਿੱਚ ਕੋਈ ਐਵੇਂ ਦਾ ਇਵੈਂਟ ਹੁੰਦੀ ਹੈ ਜਿਹੜੀ ਕਾਫੀ ਜ਼ਿਆਦਾ ਮਤਲਬ ਗਲਤ ਹੁੰਦੀ ਹੈ ਸੁਸਾਇਟੀ ਦੇ ਪੁਆਇੰਟ ਆਫ ਵਿਊ ਤੋਂ ਜਾਂ ਮੋਰੈਲਿਟੀ ਦੇ ਪੁਆਇੰਟ ਆਫ ਵਿਊ ਤੋਂ, ਐਵੇਂ ਦੇ ਜਿਹੜੇ ਮੈਟਰਸ ਨੇ ਉਹਨਾਂ ਨੂੰ ਸੁਪਰੀਮ ਕੋਰਟ ਸਮਟਾਈਮਸ ਖੁਦ ਆਪ ਬੁਲਾ ਕੇ ਉਹਨਾਂ ਮੈਟਰਸ ਨੂੰ ਸੁਣ ਲੈਂਦਾ ਹੈ ਜਾਂ ਕਈ ਵਾਰ ਕਿਸੇ ਪਰਸਨ ਦੁਆਰਾ ਕੋਈ ਅਪੀਲ ਪਾਈ ਜਾਂਦੀ ਹੈ, ਕੋਈ ਐਵੇਂ ਅਪੀਲ ਕੀਤੀ ਜਾਂਦੀ ਹੈ ਸੁਪਰੀਮ ਕੋਰਟ ਵਿੱਚ ਔਰ ਸੁਪਰੀਮ ਕੋਰਟ ਉਹਨਾਂ ਨੂੰ ਸੁਣਦਾ ਹੈ ਔਰ ਉਹਦੇ 'ਤੇ ਆਪਣੇ ਡਿਸੀਜ਼ਨਸ ਦੇ ਸਕਦਾ ਹੈ ਕਿਸੇ ਪਬਲਿਕ ਮੈਟਰ ਦੇ ਉੱਤੇ। ਇਹਨੂੰ ਬੱਚੇ ਕੀ ਕਹਿੰਦਾ ਹੈ, ਇਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਕਿਹਾ ਜਾਂਦਾ ਹੈ ਇਸ ਪ੍ਰੋਸੈਸ ਨੂੰ। ਬਟ ਕਹਿੰਦੇ ਜਿਹੜੇ ਕੋਰਟਸ ਨੇ ਉਹਨਾਂ ਨੂੰ ਆਲਮੋਸਟ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਵਾਇਲੈਂਟ ਨਾ ਕਰਨ, ਸਰਕਾਰ ਦੇ ਕੰਮਾਂ ਵਿੱਚ ਨਾ ਦਖਲ ਦੇਣ। ਬਟ ਅਗਰ ਕਈ ਵਾਰ ਜਿਹੜਾ ਵਾ ਸਰਕਾਰੀ ਆਫੀਸ਼ੀਅਲਸ ਜਿਹੜੇ ਨੇ ਕੋਈ ਮਾਲ ਪ੍ਰੈਕਟਿਸਿਸ ਕਰਦੇ ਨੇ, ਕਰਪਸ਼ਨ ਕਰਦੇ ਨੇ, ਦੈਨ ਜੁਡੀਸ਼ਰੀ ਜਿਹੜੀ ਆ ਉਹਨਾਂ ਨੂੰ ਕੋਈ ਵੀ ਕਿਸੇ ਤਰੀਕੇ ਦਾ ਜਿਹੜਾ ਆਰਡਰ ਹੈ ਉਹ ਪਾਸ ਕਰ ਸਕਦੀ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਜੁਡੀਸ਼ੀਅਰੀ ਹੈ ਆਲਮੋਸਟ ਲੋਕੀ ਉਹਦੇ ਵਿੱਚ ਵਿਸ਼ਵਾਸ ਕਰਦੇ ਨੇ। ਥੈਂਕ ਯੂ।